ਅੱਜ ਜੇ ਸਾਡੇ ਡਰਾਈਵਰ ਦੀ ਹੱਤਿਆ ਹੋਈ ਹੈ ਤੇ ਕੱਲ ਨੂੰ ਕੀ ਉਹਦੀ ਜਗ੍ਹਾ ਕਸਟਮਰ ਵੀ ਹੋ ਸਕਦਾ ਹੈ ਕਿ ਜੋ ਅਸੀਂ ਇੰਨੀਆਂ ਖੁੱਲ੍ਹਾ ਇਹਨਾਂ ਨੂੰ ਦਿੱਤੀਆਂ ਹੋਈਆਂ ਕੰਪਨੀਆਂ ਨੂੰ ਉਹਨਾਂ ਉੱਤੇ ਠੱਲ ਪਾਈ ਜਾਵੇ। ਪੁਰਾਣੇ ਸਮਿਆਂ ਤੋਂ ਸਟ੍ਰਾਈਕਾਂ ਵੀ ਲੜਦਾ ਆ ਰਿਹਾ ਤੇ ਪੁਰਾਣੇ ਸਮਿਆਂ ਦੇ ਉੱਤੋਂ ਮੈਂ ਗੱਡੀ ਚਲਾਉਂਦਾ ਰਿਹਾ। ਅੱਜ ਤੱਕ ਇੱਕ ਸਿੰਗਲ ਬੰਦੇ ਨੂੰ ਮੈਂ ਕਹਿੰਦਾ ਕਿ 2000 ਰੁਪਏ ਵੀ ਨਹੀਂ ਕੰਪਨੀ ਨੇ ਜਾਂ ਕਿਸੇ ਨੇ ਦਿੱਤਾ ਹੋਣਾ। ਸਰਕਾਰਾਂ ਦੀ ਤੇ ਇਹਨਾਂ ਦੀ ਕੰਪਨੀ ਦੀ ਮਿਲੀ ਭੁਗਤ ਚਲਦੀ ਹੁਣ ਇੰਨੀ ਵੱਧ ਗਈ ਹੈ ਨਾ ਕਿ ਅਸੀਂ ਝੱਲਣ ਯੋਗ ਨਹੀਂ ਹੈਗੇ। ਡਰਾਈਵਰਾਂ ਦਾ ਅਸੀਂ ਚਲਾਨ ਕਰਾ ਰਹੇ ਹਾਂ 25-30 ਹਜ਼ਾਰ ਰੁਪਏ, ਉਹ ਕਹਿੰਦਾ ਵੀ ਤੁਸੀਂ ਮੇਰੇ ਕਿਉਂ ਚਲਾਨ ਕਰਾ ਰਹੇ ਹੋ। ਸਾਡੇ ਬੰਦਿਆਂ ਨੂੰ ਫਿਰ ਘੇਰਨਾ ਸਟਾਰਟ ਕਰਤੇ ਇਹਨਾਂ ਦੇ ਰਸਤੇ। ਵੈਸੇ ਅਸੀਂ ਟਾਈਮ ਰੱਖਿਆ ਕਿ 10 ਤੋਂ 15 ਤੱਕ ਅਸੀਂ ਭੁੱਖ ਹੜਤਾਲ ਤੇ ਪ੍ਰੋਪਰ ਤਰੀਕੇ ਨਾਲ ਬੈਠਾਂਗੇ। ਅਗਰ ਪ੍ਰਸ਼ਾਸਨ ਇਹਦੇ ਵਿੱਚ ਅਗਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤਾਂ ਅਸੀਂ ਭੁੱਖ ਹੜਤਾਲ ਮਰਨੇ ਤੱਕ ਹੀ ਕਰਾਂਗੇ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾ। ਹੋਰ ਕਰੀਬ ਇੱਕ ਹਫ਼ਤੇ ਦੀ ਗੱਲ ਹੈ, ਅਸੀਂ ਵੀ ਰਿਪੋਰਟ ਤੁਹਾਡੇ ਤੱਕ ਪਹੁੰਚਾਈ ਕਿ ਇੱਕ ਟੈਕਸੀ ਡਰਾਈਵਰ ਦਾ ਮਰਡਰ ਹੁੰਦਾ ਹੈ, ਕਤਲ ਹੁੰਦਾ ਹੈ ਬਰੂਟਲ ਤਰੀਕੇ ਦੇ ਨਾਲ। ਔਰ ਇਹ ਘਟਨਾ ਵਾਪਰਦੀ ਹੈ ਮੁੱਲਾਂਪੁਰ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦੇ ਸਾਥੀ ਡਰਾਈਵਰ ਜਿਹੜੇ ਨੇ ਉੱਥੇ ਧਰਨਾ ਮੁਜ਼ਾਹਰਾ ਕਰਦੇ ਆ, ਪ੍ਰਸ਼ਾਸਨ ਅੱਗੇ ਇਸ ਗੱਲ ਦੀ ਗੁਹਾਰ ਲਾਉਂਦੇ ਨੇ, ਅਪੀਲ ਕਰਦੇ ਨੇ ਕਿ ਭਾਈ ਬੰਦੇ ਜਲਦ ਤੋਂ ਜਲਦ ਲੱਭੋ। ਪਰ ਇਸ ਸਭ ਦੇ ਵਿਚਾਲੇ ਬਹੁਤ ਸਾਰੀਆਂ ਮੰਗਾਂ ਉੱਭਰ ਕੇ ਆ ਗਈਆਂ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੀ ਸਿਕਿਉਰਿਟੀ ਦਾ ਹੱਲ ਕੀ ਆ। ਅਸੀਂ ਦਿਨ ਰਾਤ ਕੰਮ ਕਰਦੇ ਹਾਂ, ਫਿਰ ਉਹਦਾ ਜੇ ਅਸੀਂ ਕੰਪਨੀ ਨਾਲ ਕੰਮ ਕਰਦੇ ਹਾਂ ਤਾਂ ਜਾਂ ਤਾਂ ਸਾਡੀ ਕੰਪਨੀ ਸਿਕਿਉਰਿਟੀ ਦੇਵੇ ਜਾਂ ਫਿਰ ਜਿਸ ਪ੍ਰਸ਼ਾਸਨ ਦੇ ਨਾਲ ਉਸ ਕੰਪਨੀ ਦਾ ਬੌਂਡ ਹੈ ਉਹ ਸਿਕਿਉਰਿਟੀ ਦੇਵੇ। ਸਿਕਿਉਰਿਟੀ ਤਾਂ ਲਾਜ਼ਮੀ ਆ, ਹਰ ਬੰਦੇ ਦੀ ਸਿਕਿਉਰਿਟੀ ਸਰਕਾਰ ਦਾ ਸਭ ਤੋਂ ਪਹਿਲਾ ਫਰਜ਼ ਵੀ ਹੁੰਦਾ ਹੈ ਔਰ ਉਹਨਾਂ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ। ਤਾਂ ਇਸੇ ਗੱਲ ਨੂੰ ਲੈ ਕੇ ਟੈਕਸੀ ਡਰਾਈਵਰ ਜਿਹੜੇ ਨੇ ਉਹ ਵੀ ਇਸ ਗੱਲ ਦਾ ਜਿਹੜਾ ਹੈ ਉਹ ਦਾਅਵਾ ਕਰਦੇ ਆ ਕਿ ਭਾਈ ਸਾਨੂੰ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ। ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਬਹੁਤ ਸਾਰੇ ਐਲਾਨ ਤੇ ਮੰਗਾਂ ਤੋਂ ਇਲਾਵਾ ਇੱਕ ਐਲਾਨ ਇਹ ਕਰਤਾ ਕਿ ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨ ਰਹੇ ਤਾਂ ਫਿਰ ਅਸੀਂ ਭੁੱਖ ਹੜਤਾਲ ਤੇ ਵੀ ਜਾਵਾਂਗੇ। ਤਮਾਮ ਮੰਗਾਂ ਸੀ, ਸਾਰੀਆਂ ਬਾਰੇ ਚਰਚਾ ਕਰਾਂਗੇ। ਮੇਰੇ ਨਾਲ ਟੈਕਸੀ ਡਰਾਈਵਰ ਵੀਰ ਹੈਗੇ ਨੇ ਜਿਹੜੇ ਲੰਬੇ ਸਮੇਂ ਤੋਂ ਉਬਰ ਓਲਾ ਵਰਗੀਆਂ ਜਿਹੜੀਆਂ ਰਜਿਸਟਰਡ ਕੰਪਨੀਆਂ ਉਹਨਾਂ ਦੇ ਵਿੱਚ ਕੰਮ ਕਰ ਰਹੇ ਆ। ਔਰ ਅੱਜ ਇਹਨਾਂ ਨੇ ਕੀ ਡਿਮਾਂਡਸ ਰੱਖੀਆਂ ਵੀਰੇ, ਕੀ ਮੰਗਾਂ ਸੀ ਤੁਹਾਡੀ? ਮੰਗਾਂ ਸਾਡੀਆਂ ਦੇਖੋ ਜੀ, ਜੇ ਹਮ ਮਰਡਰ ਨਹੀਂ ਪਹਿਲਾਂ ਤਾਂ ਮੈਂ ਲੇਟ ਕਰਦਾ ਹੈਗਾ ਕਿਉਂਕਿ ਸਾਰਾ ਦਾ ਸਾਰਾ ਕੰਮ ਨਾ ਇਹ ਕੰਪਨੀਆਂ ਕਰਕੇ ਹੀ ਹੋਇਆ। ਕਿਉਂ ਹੋਇਆ? ਪ੍ਰਸ਼ਾਸਨ ਨੇ ਇਹਨਾਂ ਨੂੰ ਇੰਨੀ ਕੁ ਖੁੱਲ੍ਹ ਦੇ ਰੱਖੀ ਹੈ ਨਾ, ਇੰਨੀ ਕੁ ਪਾਵਰ ਦੇ ਰੱਖੀ ਹੈਗੀ। ਇੱਕ ਘਰੇ ਬੈਠਾ ਬੰਦਾ ਇੱਕ ਪੈਸੇ ਲੈ ਕੇ ਆਈਡੀਆਂ ਬਣਾਏ ਜਾ ਰਹੇ ਆ। ਉਹਦੇ ਵਿੱਚ ਵਾਈਟ ਪਲੇਟ ਗੱਡੀਆਂ ਵੀ ਅਟੈਚ ਹੈਗੀਆਂ, ਉਹਦੇ ਵਿੱਚ ਸਾਰੀਆਂ ਅਟੈਚ ਹੋਏ ਮੋਟਰਸਾਈਕਲ ਵੀ, ਸਭ ਕੁਝ ਚੱਲ ਰਿਹਾ ਕਿ ਇਲੀਗਲ ਤੌਰ 'ਤੇ ਚੱਲ ਰਿਹਾ, ਸਿੱਧੇ ਤੌਰ 'ਤੇ ਹੈ ਨਾ। ਤੇ ਉਹਦੇ ਵਿੱਚ ਹੁਣ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਉਹਦੇ 'ਚ ਡਰਾਈਵਰ ਕਿਹੜਾ ਚੱਲ ਰਿਹਾ ਹੈਗਾ। ਯੈਲੋ ਪਲੇਟ ਸਾਨੂੰ ਪਤਾ ਹੈ ਕਿ ਹਾਂ ਵੀ ਇਹ ਡਰਾਈਵਰ ਸਾਡੇ ਕੋਲ ਹੈਗੇ ਨੇ ਤੇ ਪੁਲਿਸ ਵੈਰੀਫਿਕੇਸ਼ਨਾਂ ਪ੍ਰੋਪਰ ਚੱਲਦੀਆਂ ਨੇ। ਤੇ ਸੇਮ ਹੀ ਕੰਮ ਇਹਨਾਂ ਦੇ ਉਹਨੂੰ ਕਰਦੇ ਨੇ, ਉਹਨੂੰ ਕਿਹਨੂੰ ਕਹਿੰਦੇ ਨੇ, ਕਸਟਮਰ ਨੂੰ। ਕਸਟਮਰ ਦੀ ਕੋਈ ਵੈਰੀਫਿਕੇਸ਼ਨ ਹੀ ਨਹੀਂ ਹੈਗੀ। ਸਾਡੀ ਪੁਲਿਸ ਵੈਰੀਫਿਕੇਸ਼ਨ ਲੱਗਦੀ ਹੈ ਜੇ ਤਾਂ ਕਸਟਮਰ ਦੀ ਕਿਉਂ ਨਹੀਂ? ਇਹ ਤਾਂ ਪ੍ਰਸ਼ਾਸਨ ਨੂੰ ਆਪਣੀ ਪਬਲਿਕ ਬਾਰੇ ਸੋਚਣਾ ਚਾਹੀਦਾ ਨਾ। ਅੱਜ ਜੇ ਸਾਡੇ ਡਰਾਈਵਰ ਦੀ ਹੱਤਿਆ ਹੋਈ ਹੈ ਤੇ ਕੱਲ ਨੂੰ ਕੀ ਉਹਦੀ ਜਗ੍ਹਾ ਕਸਟਮਰ ਵੀ ਹੋ ਸਕਦਾ ਹੈ ਤੇ ਉਹਨੂੰ ਕਿੱਦਾਂ ਰੋਕਿਆ ਜਾਏਗਾ? ਪ੍ਰਸ਼ਾਸਨ ਨੂੰ ਚਾਹੀਦਾ ਨਾ ਕਿ ਜੋ ਅਸੀਂ ਇੰਨੀਆਂ ਖੁੱਲ੍ਹਾ ਇਹਨਾਂ ਨੂੰ ਦਿੱਤੀਆਂ ਹੋਈਆਂ ਕੰਪਨੀਆਂ ਨੂੰ ਉਹਨਾਂ ਉੱਤੇ ਠੱਲ ਪਾਈ ਜਾਵੇ ਤੇ ਉਹਨਾਂ ਨੂੰ ਰੋਕਿਆ ਜਾਵੇ। ਇਸੇ ਕਰਕੇ ਹੀ ਅਸੀਂ ਅੱਜ ਐਲਾਨ ਕੀਤਾ ਹੈਗਾ ਕਿ ਜੇ ਤਾਂ ਪ੍ਰਸ਼ਾਸਨ ਮਤਲਬ ਕਿ ਲੰਬੇ ਸਮੇਂ ਤੋਂ ਅਸੀਂ ਮੰਗ ਪੱਤਰ ਦਿੰਦੇ ਆ ਰਹੇ ਹਾਂ ਪਹਿਲਾਂ ਤੋਂ ਹੀ ਕਿ ਇਹ ਕੰਪਨੀਆਂ ਆਉਣ ਵਾਲੇ ਟਾਈਮ 'ਚ ਹੁਣ ਤੰਗ ਕਰ ਰਹੀਆਂ, ਪਿਛਲੇ ਟਾਈਮ ਦੀ ਗੱਲ ਕਰ ਰਹੇ ਤੇ ਆਉਣ ਵਾਲੇ ਟਾਈਮ 'ਚ ਵੀ ਤੰਗ ਕਰਨਗੀਆਂ ਤੇ ਉਹ ਟਾਈਮ ਆ ਗਿਆ। ਹੁਣ ਇਹੀ ਨਹੀਂ ਪਤਾ ਕੰਪਨੀ ਵਿੱਚ ਗੱਡੀ ਕਿੰਨੀ ਹੈ, ਕੌਣ ਡਰਾਈਵਰ ਸਹੀ ਹੈ, ਕੌਣ ਕਸਟਮਰ ਸਹੀ ਹੈ, ਤੇ ਕੁਝ ਨਹੀਂ ਪਤਾ ਹੈਗਾ। ਤੇ ਸਾਡੀ ਇਹੀ ਉਹਨਾਂ ਕੋਲ ਮੰਗ ਹੈਗੀ ਹੈ ਕਿ ਪ੍ਰਸ਼ਾਸਨ ਸਭ ਤੋਂ ਪਹਿਲਾਂ ਤਾਂ ਆਪਣੇ ਪਬਲਿਕ ਬਾਰੇ ਸੋਚੇ, ਡਰਾਈਵਰਾਂ ਬਾਰੇ ਸੋਚੇ, ਠੀਕ ਹੈ ਨਾ। ਇੱਦਾਂ ਤਾਂ ਵਾਰਦਾਤਾਂ ਵਧੀ ਜਾਣਗੀਆਂ ਤੇ ਸਰਕਾਰ ਕਿਉਂ ਨਹੀਂ ਐਕਸ਼ਨ ਲੈ ਰਹੀ ਉਹਨਾਂ ਦੇ ਉੱਤੇ? ਜਦੋਂ ਤੁਹਾਡੇ ਨਾਲ ਬੌਂਡ ਹੋਇਆ ਪਾਲਿਸੀਜ਼ ਬਣੀਆਂ ਹੋਈਆਂ ਹੈਗੀਆਂ, ਸਾਰਾ ਕੁਝ ਤੁਹਾਡੇ ਕੋਲ ਪਿਆ, ਡਾਟਾ ਪਿਆ ਹੈਗਾ। ਮਸਲਾ ਹੋ ਗਿਆ ਇਹ ਤੋਂ ਬਿਨਾਂ ਹੀ ਸਾਡੇ ਸ਼ੁਰੂ ਤੋਂ ਅਸੀਂ ਮੰਗਾਂ ਰੱਖੀਆਂ ਹੋਈਆਂ ਸੀਗੀਆਂ ਕਿ ਸਾਡੇ ਰੇਟ ਕੀਤੇ ਜਾਣ ਜੋ ਸਹੀ ਨੇ, ਜੋ ਸਾਨੂੰ ਪ੍ਰੋਪਰ ਪਾਲਿਸੀ ਦੇ ਹਿਸਾਬ ਨਾਲ ਮਿਲਣੇ ਚਾਹੀਦੇ ਨੇ। ਉਹ ਸਾਨੂੰ ਅੱਜ ਤੱਕ ਰੇਟ ਨਹੀਂ ਮਿਲਦੇ ਹੈਗੇ। 80-20 ਦੀ ਪਾਲਿਸੀ ਹੋਈ ਹੈ, 20 ਕੰਪਨੀ ਦਾ ਤੇ 80% ਡਰਾਈਵਰ ਦਾ। ਹਾਲਾਂਕਿ ਇਹਦੇ 'ਚ ਪਤਾ ਹੀ ਨਹੀਂ ਲੱਗਦਾ ਕਿ ਕੰਪਨੀ ਕੱਟ ਕਿੰਨੇ ਰਹੀ ਆ। ਕਈ ਵਾਰ ਤਾਂ 40-40, 50-50% ਵੀ ਉਡਾ ਦਿੰਦੀ ਆ। ਜਿਹੜੀ ਤਾਂ ਹੈਗੀ ਆ ਉਹ ਮਤਲਬ ਕੈਸ਼ ਰਾਈਡ, ਉਹ 'ਚ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਹਾਂ ਵੀ ਇੰਨੇ ਪੈਸੇ ਮੈਂ ਲੈਣੇ ਆ, ਠੀਕ ਹੈ ਜੀ। ਤੇ ਜਿਹੜੀ ਹੈਗੀ ਆ ਔਨਲਾਈਨ ਰਾਈਡ, ਉਹਦੇ ਵਿੱਚ ਮੈਨੂੰ ਇਹ ਜ਼ਰੂਰ ਪਤਾ ਲੱਗਦਾ ਕਿ ਮੈਂ ਇੰਨੇ ਪੈਸੇ ਲੈਣੇ ਆ ਤੇ ਰਾਈਡ ਕਿੰਨੇ ਦੀ ਹੋਈ ਆ ਉਹ ਸਾਨੂੰ ਪਤਾ ਹੀ ਨਹੀਂ। 50% ਚੱਕ ਜਾਂਦੇ ਹੈਗੇ ਆ। ਬੇਸਿਕਲੀ ਇਹ ਰੌਲਾ ਤਾਂ ਤੁਹਾਡਾ ਫਿਰ ਕੰਪਨੀ ਨਾਲ ਹੈ ਨਾ। ਇਹ ਤਾਂ ਕੰਪਨੀ ਨਾਲ ਹੈ। ਇਹਦਾ ਰੂਟ ਸਮਝਾਓਗੇ ਵੀ ਜੇ ਕੰਪਨੀ ਦੇ ਨਾਲ ਰੌਲਾ ਹੈ, ਤੁਸੀਂ ਇੱਥੇ ਧਰਨੇ ਮੁਜ਼ਾਹਰੇ ਕਰ ਰਹੇ ਹੋ, ਕੀ ਕੰਪਨੀ ਤੁਹਾਡੀ ਇਹ ਗੱਲ ਸੁਣੂਗੀ? ਜੇ ਕੰਪਨੀ ਨਹੀਂ ਸੁਣਦੀ ਤਾਂ ਫਿਰ ਦੂਜਾ ਰੂਟ ਕੀ ਆ, ਉਹਦਾ ਹੱਲ ਕੀ ਆ? ਪ੍ਰਸ਼ਾਸਨ ਤੁਹਾਡੀ ਹੈਲਪ ਕਿਵੇਂ ਕਰੇ? ਪ੍ਰਸ਼ਾਸਨ ਦੇ ਨਾਲ ਹੀ ਪਾਲਿਸੀ ਹੋਈ ਸੀਗੀ
ਤੇ ਉਸ ਤੋਂ ਬਾਅਦ ਹੀ ਸਾਡੀਆਂ ਗੱਡੀਆਂ ਇਹਨਾਂ ਨਾਲ ਅਟੈਚ ਹੋਈਆਂ ਸੀ ਓਲਾ ਉਬਰ ਦੇ ਨਾਲ। ਸਰਕਾਰ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਸੀਗੀ ਕਿ ਤੁਸੀਂ ਇੰਨੀਆਂ ਗੱਡੀਆਂ ਜਾਂ ਆਹ ਸਾਡੇ ਰੂਲ ਹੈਗੇ ਆ ਕਿ ਹਾਂ ਵੀ ਗੱਡੀ ਦੇ ਡਾਕੂਮੈਂਟਰੀ ਪੂਰੀ ਜਾਂ ਕੁਝ ਵੀ ਮਤਲਬ ਸਾਰਾ ਕੁਝ ਇਹਨੇ ਪਾਲਿਸੀ ਕੀਤੀ ਸੀ ਕਿ ਸਰਕਾਰ ਸਾਡਾ ਇੱਕ ਵਿਚਲਾ ਬੰਦਾ ਜਿਹਨੂੰ ਆਪਾਂ ਕਹਿ ਦਿੰਦੇ ਨੇ ਉਹ ਹੈ ਸਰਕਾਰ। ਠੀਕ ਹੈ ਜੀ, ਉਹਨਾਂ ਨੇ ਇੱਥੇ ਆਫਿਸਿਸ ਖਲਵਾਏ ਸੀਗੇ। ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਗੱਲ ਹੈ। ਬਿਲਕੁਲ ਜੀ ਬਿਲਕੁਲ। ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ, ਜਾਂ ਪੰਜਾਬ ਦੇ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਹੈ। ਪੰਜਾਬ ਸਰਕਾਰ ਦੇ ਉੱਤੇ ਅਸੀਂ ਕਈ ਵਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਪਾਲਿਸੀ ਜਨਰੇਟ ਕਰੋ ਜਿੱਦਾਂ ਕਿ ਚੰਡੀਗੜ੍ਹ ਨੇ ਕੀਤੀ ਹੈ, ਪਰ ਪੰਜਾਬ ਸਰਕਾਰ ਨਾਲ ਓਲਾ ਉਹੀ ਕਰਾਂਗੇ। ਓਲਾ ਉਬਰ ਇੰਨੀ ਜ਼ਿਆਦਾ ਮਤਲਬ ਉਹਨਾਂ ਕੋਲ ਪਾਵਰ ਆ ਚੁੱਕੀ ਹੈ, ਉਹ ਪਾਲਿਸੀ ਨਹੀਂ ਬਣਾ ਰਹੀਆਂ ਹੈਗੀਆਂ ਨਾ ਪੰਜਾਬ ਦੇ ਨਾਲ। ਉਹ ਚੰਡੀਗੜ੍ਹ ਦੇ ਨਾਲ ਸਿਰਫ ਇੱਕ ਛੋਟੀ ਸਿਟੀ ਹੋਣ ਕਰਕੇ ਇੱਥੇ ਘੱਟ ਪੈਸਿਆਂ ਕਰਕੇ ਤੇ ਪਾਲਿਸੀ ਫਟਾਫਟ ਬਣਾ ਲਈ, ਪਰ ਪੰਜਾਬ ਨਾਲ ਨਹੀਂ ਬਣਾ ਰਹੀ। ਕੀ ਗੱਲ ਪੰਜਾਬ ਦੀ ਪਬਲਿਕ ਨਹੀਂ ਹੈਗੀ? ਕੀ ਗੱਲ ਉਹਦੀ ਸੇਫਟੀ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੀ? ਪਾਲਿਸੀ 'ਚ ਸਿਕਿਉਰਿਟੀ ਨਹੀਂ ਸੀ ਚੰਡੀਗੜ੍ਹ ਦੇ ਵਿੱਚ ਜਿਹੜੀ ਪਾਲਿਸੀ ਬਣੀ ਹੈ ਸਿਕਿਉਰਿਟੀ 'ਚ 15 ਲੱਖ ਦਾ ਇਹਨਾਂ ਨੇ ਦੱਸਿਆ ਹੋਇਆ ਕਿ 15 ਲੱਖ ਰੁਪਏ ਦਾ ਬੀਮਾ ਮਿਲਦਾ ਹੈ, ਕੰਪਨੀ ਵੱਲੋਂ ਦਿੱਤਾ ਜਾਏਗਾ ਹੈ ਨਾ, ਜਾਂ 5 ਲੱਖ ਰੁਪਏ ਦਾ ਅਗਰ ਛੋਟੀ ਮੋਟੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ। ਪਰ ਮੈਂ ਕਹਿੰਦਾ ਕਿ ਮੈਂ ਪੁਰਾਣੇ ਸਮਿਆਂ ਤੋਂ ਸਟ੍ਰਾਈਕਾਂ ਵੀ ਲੜਦਾ ਆ ਰਿਹਾ ਤੇ ਪੁਰਾਣੇ ਸਮਿਆਂ ਦੇ ਉੱਤੋਂ ਮੈਂ ਗੱਡੀ ਚਲਾਉਂਦਾ ਆ ਰਿਹਾ। ਅੱਜ ਤੱਕ ਇੱਕ ਸਿੰਗਲ ਬੰਦੇ ਨੂੰ ਮੈਂ ਕਹਿੰਦਾ ਕਿ 2000 ਰੁਪਏ ਵੀ ਨਹੀਂ ਕੰਪਨੀ ਨੇ ਜਾਂ ਕਿਸੇ ਨੇ ਦਿੱਤਾ ਹੋਣਾ। ਅੱਛਾ, ਇਸ ਕੇਸ ਤਾਂ ਫਿਰ ਜੈਨੂਅਨ ਬਣਦਾ ਜੇ ਪਾਲਿਸੀ ਵਿੱਚ ਹੈ ਜਿਹੜਾ ਮੁੰਡੇ ਦਾ ਮਰਡਰ ਹੋਇਆ ਉਹਦੇ ਵਿੱਚ ਤਾਂ ਬਣਦਾ ਫਿਰ ਕੰਪਨੀ ਉਹਨਾਂ ਨੂੰ ਕੰਪਨਸੇਟ ਕਰੇ। ਬਿਲਕੁਲ ਬਿਲਕੁਲ ਜੀ, ਇਹਦਾ ਦਾਵਾ ਕਰ ਰਹੇ ਹੋ ਤੁਸੀਂ? ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ, ਅਸੀਂ ਕਹਿ ਰਹੇ ਪ੍ਰਸ਼ਾਸਨ ਨੂੰ ਗੁਹਾਰ ਲਾ ਰਹੇ ਹਾਂ, ਜੋ ਪਾਲਿਸੀ ਵਿੱਚ ਚੀਜ਼ਾਂ ਲਿਖੀਆਂ ਕਿਉਂ ਨਹੀਂ ਉਹਨਾਂ ਚੀਜ਼ਾਂ ਨੂੰ ਐਕਟੀਵੇਟ ਕੀਤਾ ਜਾਂਦਾ। 17 ਦੀਆਂ ਪਾਲਿਸੀ ਜਿਹੜੀਆਂ ਅੱਜ ਤੱਕ ਐਕਟੀਵੇਟ ਨਹੀਂ ਹੋਈਆਂ ਜੀ, ਅੱਜ ਤੱਕ ਉਹਨਾਂ ਦੇ ਉੱਪਰ ਕੋਈ ਉਹ ਨਹੀਂ ਕੀਤਾ ਗਿਆ, ਅਮਲ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ? ਕਿਉਂ ਸਰਕਾਰਾਂ ਦੀ ਤੇ ਇਹਨਾਂ ਦੀ ਕੰਪਨੀ ਦੀ ਮਿਲੀ ਭੁਗਤ ਚੱਲਦੀ ਹੁਣ ਇੰਨੀ ਵੱਧ ਗਈ ਹੈ ਨਾ ਕਿ ਅਸੀਂ ਝੱਲਣ ਯੋਗ ਨਹੀਂ ਹੈਗੇ। ਜਿਹੜੀ ਕੰਪਨਸੇਸ਼ਨ ਦੀ ਗੱਲ ਕਰ ਰਹੇ ਹੋ ਤੁਸੀਂ, ਇਹ ਇੰਨੀ ਬੜੀ ਘਟਨਾ ਬਰਪੀ ਗਈ ਹੈ ਜਿੱਥੇ ਆਪਣੇ ਮੁੱਲਾਪੁਰ। ਕੋਈ ਵੀ ਕੰਪਨੀ ਦਾ ਨੁਮਾਇੰਦਾ ਤੇ ਕੋਈ ਕੋਲ ਉਸ ਪਰਿਵਾਰ ਨੂੰ ਨਹੀਂ ਆਏਗੀ। ਠੀਕ ਹੈ ਜੀ, ਤੇ ਕੰਪਨੀ ਦਾ ਰਾਈਟ ਬਣਦਾ ਸੀ, ਭਾਵੇਂ ਕੰਪਨੀ ਕੋਈ ਵੀ ਸੇ, ਇੰਨਾ ਕਮਿਸ਼ਨ ਲੈ ਰਹੀ ਹੈ ਤਿੰਨੋਂ ਕੰਪਨੀਆਂ, ਇਹਨਾਂ ਦਾ ਰਾਈਟ ਬਣਦਾ ਸੀ ਬਈ ਪਰਿਵਾਰ ਨਾਲ ਘੱਟੋ ਘੱਟ ਸਾਂਤਵਨਾ ਦੇ ਨਾਲ ਕੋਈ ਵੀ ਕੰਪਨਸੇਸ਼ਨ ਕੁਝ ਲੱਖ 2 ਲੱਖ ਕੁਛ ਤਾਂ ਉਹਦੇ ਪਰਿਵਾਰ ਨਾਲ ਮਦਦ ਹੋਵੇ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਉਹ ਗੱਲ ਦੱਸ ਰਿਹਾ, ਮਤਲਬ ਹੀ ਨਹੀਂ ਹੈ, ਇੰਸ਼ੋਰੈਂਸ ਹੀ ਨਹੀਂ ਹੈ। ਇੰਨਾ ਕਮਾ ਰਹੀ ਹੈ, ਇੰਨਾ ਕਮਿਸ਼ਨ ਲੈ ਰਹੀ ਹੈ, ਇੰਸ਼ੋਰੈਂਸ ਹੀ ਨਹੀਂ ਹੈ। GST ਸਾਡੇ ਖਾਤੇ ਤੋਂ ਕੱਟ ਰਹੀ ਹੈ। ਲੀਗਲ ਡਾਕੂਮੈਂਟ ਆ ਫਿਰ ਤਾਂ ਤੁਸੀਂ ਚੈਲੰਜ ਵੀ ਕਰ ਸਕਦੇ ਹੋ, ਲੀਗਲ ਵੀ ਚੈਲੰਜ ਕਰ ਸਕਦੇ ਹੋ। ਪਰ ਬਿਲਕੁਲ ਕਰ ਰਹੇ ਹਾਂ, ਚੈਲੰਜ ਕਰਾਂਗੇ ਜਦ ਤੱਕ। ਇਸੇ ਕਰਕੇ ਅਸੀਂ ਹੁਣ ਇਹ ਭੁੱਖ ਹੜਤਾਲ ਤੇ ਬੈਠ ਰਹੇ ਹਾਂ। ਠੀਕ ਹੈ ਜੀ, ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਕੰਪਨੀਆਂ ਕਦੇ ਸਾਡੇ ਨਾਲ ਕਦੇ ਨਹੀਂ ਗੱਲ ਕਰਦੀਆਂ ਹੈਗੀਆਂ ਆ ਕੇ, ਨਾ ਪ੍ਰਸ਼ਾਸਨ ਵਿੱਚ ਮਾਧਿਅਮ ਹੈਗਾ, ਨਾ ਹੀ ਸਾਡੀ ਪ੍ਰਸ਼ਾਸਨ ਕਦੇ ਗੱਲ ਕਰਾਉਂਦਾ ਹੈਗਾ। ਮੈਂ ਕਹਿੰਦਾ ਮੈਮੋਰੈਂਡਮ ਸਾਡੇ ਭਰੇ ਪਏ ਹੋਣੇ ਹੈਗੇ ਮਤਲਬ ਪਿਛਲੇ 10 ਸਾਲਾਂ ਤੋਂ ਕਿਸੇ ਤੇ ਸੁਣਵਾਈ ਨਹੀਂ ਹੁੰਦੀ ਹੈ ਕਿ ਸਾਨੂੰ ਹਮੇਸ਼ਾ ਇੱਕੋ ਹੀ ਚੀਜ਼ ਮਿਲਦੀ ਹੈ, ਆਸ਼ਵਾਸਨ। ਸਾਡੇ ਇੱਥੇ ਬੰਦੇ ਦੀ ਡੈਥ ਹੋ ਗਈ, ਸਾਨੂੰ ਆਸ਼ਵਾਸਨ ਤੇ ਮਤਲਬ ਗੱਲ ਸਭ ਤੋਂ ਬੜੀ ਹੈ, ਇਹ ਕੰਪਨੀਆਂ ਓਲਾ ਉਬਰ ਇਹ ਹਰ ਰੋਜ਼ ਦਾ ਅਸੀਂ ਛੋਟਾ ਮੋਟਾ ਐਸਟੀਮੇਟ ਲਾਇਆ ਸੀਗਾ 2 ਕਰੋੜ ਰੁਪਈਆ ਰੋਜ਼ ਦਾ ਸਾਡੇ ਡਰਾਈਵਰ ਭਰਾ ਇਕੱਠੇ ਕਰਕੇ ਇਹਨੂੰ ਕਮਿਸ਼ਨ ਦੇ ਰਹੇ ਆ। ਤੇ ਤੁਸੀਂ ਦੇਖੋ ਜੇ ਕਿਸੇ ਕੰਪਨੀ ਕੋਲ ਕੋਈ ਕੰਮ ਸਟਾਰਟ ਕਰਦਾ 10 ਉਹਦੇ ਕੋਲ ਬੰਦੇ ਹੁੰਦੇ ਆ, ਵਰਕਰ ਹੁੰਦੇ ਆ, ਉਹ ਵੀ ਆਪਣਾ ਆਫਿਸ ਖੋਲਦਾ। ਇਹਨਾਂ ਕੋਲ 10 ਤੇ 20,000 ਕਸਟਮਰ ਹੈਗਾ, ਵਰਕਰ ਹੈਗਾ ਇਹਨਾਂ ਦਾ ਇੱਕ ਤਰ੍ਹਾਂ ਦਾ। ਇਹ ਵੈਸੇ ਆਪਾਂ ਨੂੰ ਪਾਰਟਨਰ ਕਹਿੰਦੇ, ਤੁਸੀਂ ਸਾਡੇ ਪਾਰਟਨਰ ਹੈ, ਤੇ ਇਹਨਾਂ ਦਾ ਕੋਈ ਆਫਿਸ ਨਹੀਂ ਹੈਗਾ। ਮੇਨ ਗੱਲ ਇੱਥੇ ਹੈ ਆਫਿਸ ਕਰਕੇ, ਜੇ ਆਫਿਸ ਹੁੰਦਾ ਸੀ ਉਹਨਾਂ ਕੋਲ ਜਾਵਾਂ। ਹੁਣ ਕਈ ਆਪਾਂ ਅਨਲੀਗਲ ਕੈਬ ਕਹਿ ਰਹੇ ਹਾਂ, ਇਨਡਰਾਈਵ ਹੈ, ਇਨਡਰਾਈਵ ਚਲਾ ਕਿਉਂ ਰਹੇ ਆ ਡਰਾਈਵਰ? ਕਿਉਂਕਿ ਇਹਨਾਂ ਦਾ ਆਫਿਸ ਹੈ ਨਹੀਂ। ਮੰਨ ਲਓ ਮੇਰੀ ਆਈਡੀ ਉਬਰ ਚਲਾ ਰਿਹਾ ਮੈਂ, ਉਹ ਬੰਦ ਹੋ ਗਈ ਕਿਸੇ ਕਾਰਨ ਕਰਕੇ, ਆਪਾਂ ਫਿਰ ਜਿੱਥੇ ਤੇ ਬੰਦ ਹੋਈ ਉੱਥੇ ਜਾਊਂਗੇ ਨਾ। ਅਸੀਂ ਉੱਥੇ ਜਾਂਦੇ, ਉੱਥੇ ਆਫਿਸ ਨਹੀਂ ਹੈਗਾ। ਤੁਹਾਡੀ ਫਿਰ ਜੇ ਕੋਈ ਪ੍ਰੋਬਲਮ ਆਉਂਦੀ ਫਿਰ ਕਨਵਰਸੇਸ਼ਨ ਆਨਲਾਈਨ ਹੁੰਦੀ ਤੁਹਾਡੀ? ਆਨਲਾਈਨ ਹੁੰਦੀ ਹੈ। ਜੇ ਆਪਾਂ ਮਤਲਬ ਕਿ ਹੁਣ ਆਪਾਂ ਖੜੇ ਆਂ ਕਸਟਮਰ ਕੇਅਰ ਨੂੰ ਫੋਨ ਲਾਈਏ, 2 3 ਦਿਨ ਫੋਨ ਨਹੀਂ ਮਿਲਦਾ। ਜੇ ਉਹਨਾਂ ਨੇ ਚੱਕ ਲਿਆ ਫਿਰ ਉਹ ਕੋਈ ਗੱਲਾਂ ਕਰਕੇ ਹਾਂਜੀ ਸਰ ਕਰ ਰਹੇ ਆ ਕਰਕੇ ਫੋਨ ਕੱਟ ਜਾਂਦੇ ਆ। ਮਤਲਬ ਕਿ ਅਸੀਂ ਲਾਚਾਰ ਹੋ ਗਏ ਇਸ ਟਾਈਮ। 10-10 ਲੱਖ ਆਪਣੇ ਪੱਲੇ ਤੇ ਲਾ ਕੇ ਕਿਸ਼ਤਾਂ ਭਰ ਰਹੇ ਆ, ਪਰ ਇਹਦਾ ਸਾਰਾ ਜਿੰਨਾ ਵੀ ਉਹ ਹੈ ਪ੍ਰਸ਼ਾਸਨ ਨੂੰ ਜਾਂਦਾ। ਮੰਨ ਲਓ ਆਫਿਸ ਨਹੀਂ ਹੈਗਾ, ਅਸੀਂ ਫਿਰ ਕਿਹਦੇ ਕੋਲ ਜਾਣਾ? ਅਸੀਂ ਪ੍ਰਸ਼ਾਸਨ ਕੋਲ ਜਾਣਾ ਨਾ। ਪ੍ਰਸ਼ਾਸਨ ਕੋਲ ਅਸੀਂ ਗਏ ਆ, ਉਹ ਕਹਿ ਦਿੰਦੇ ਆ ਵੀ ਸਾਡੀ ਕੋਈ ਕੰਪਨੀ ਨਾਲ ਗੱਲ ਨਹੀਂ ਹੋ ਰਹੀ। ਵੀ ਗੱਲ ਨਹੀਂ ਹੋ ਰਹੀ, ਤੁਸੀਂ ਕੰਪਨੀ ਨੂੰ ਇੱਥੇ ਲਾਇਸੈਂਸ ਕਿਉਂ ਦਿਆ, ਚੱਲਣ ਕਿਉਂ ਦੇ ਰਹੇ ਆ? ਅਸੀਂ ਕਹਿੰਦੇ ਪਲੇ ਸਟੋਰ ਤੋਂ ਹਟਾ ਦਿਓ, ਬੰਦ ਕਰ ਦਿਓ। ਅਸੀਂ ਕਹਿੰਦੇ ਬਿਲਕੁਲ ਹੀ ਬੰਦ ਕਰ ਦਿਓ। ਅਸੀਂ ਨਾਲ ਹੈ, ਬੰਦ ਕਰਾਉਣੇ ਨੂੰ ਨਾਲ ਹੈ। ਅਸੀਂ ਨਾਲ ਹੋ ਕੇ ਬੰਦ ਕਰਾਉਂਗੇ ਆਪਾਂ। ਜੇ ਜਾਂ ਤੁਸੀਂ ਹੱਥ ਖੜੇ ਕਰ ਦਿਓ ਵੀ ਸਾਡੇ ਤੇ ਨਹੀਂ ਕੁਝ ਹੁੰਦਾ, ਆਪਣੇ ਆਪ ਕਰ ਲਓ ਤੁਸੀਂ, ਨਾ ਫਿਰ ਸਾਨੂੰ ਕਰਨ ਦਿੰਦੇ ਆ, ਸਾਨੂੰ ਡੰਡੇ ਮਾਰ ਕੇ ਭਜਾ ਦਿੰਦੇ ਆ। ਮਤਲਬ ਮੇਨ ਮੁੱਦਾ ਸਾਰਾ ਕੁਝ ਤੁਹਾਡੇ ਕੋਲ ਪਾਲਿਸੀ ਦੀ ਕਾਪੀ ਸਾਰਾ ਕੁਝ ਪਿਆ, ਦੇਖੋ ਡਾਕੂਮੈਂਟ ਅਸੀਂ ਚੱਕੀ ਫਿਰਦੇ ਆ ਸਾਰੇ। ਮਤਲਬ ਕਿ ਕੋਈ ਪ੍ਰਸ਼ਾਸਨ ਚੰਡੀਗੜ੍ਹ ਦਾ ਕੋਈ ਵੀ ਅਧਿਕਾਰੀ ਹੈ ਉਹ ਨਹੀਂ ਛੱਡਿਆ। ਅਸੀਂ ਉਹਨਾਂ ਕੋਲ ਜਾਏ, ਮਿੰਨਤਾਂ ਕਰ ਲਈਆਂ, ਸਾਰਾ ਕੁਝ ਕਰ ਲਿਆ। ਹਾਂ ਇੱਕ ਵਾਰ ਅਸੀਂ ਧਰਨਾ ਲਾ ਕੇ ਇੱਕ ਗੱਲ ਕਹਾਈ ਸੀਗੀ ਵੀ ਚਲਾਨ ਹੋਣਗੇ ਜਿਹੜੀ ਅਨਲੀਗਲ ਐਪ ਚੱਲ ਰਹੀ ਹੈ ਇਨਡਰਾਈਵ ਅਨਲੀਗਲ। ਤੁਸੀਂ ਦੇਖੋ ਜੇ ਹੁਣ ਮੰਨ ਲਓ ਮੈਂ IT ਕੰਪਨੀ ਜੋਬ ਕਰਦਾ ਏ,
ਮੈਂ ਉੱਥੇ ਜਾਣਾ ਏ, ਉਹ ਜਾਂਦਾ ਵਾ ਅਨਲੀਗਲ ਆਪਣਾ ਬਾਈਕ ਜਿਹੜਾ ਪ੍ਰਾਈਵੇਟ ਆਪਾਂ ਚਲਾਉਂਦੇ ਆ, ਉਹ ਬਾਈਕ ਨਾਲ ਸਵਾਰੀ ਚੱਕ ਲੈ ਜਾਂਦਾ, ਆਪਣੇ ਜੌਬ ਤੇ ਚਲੀ ਜਾਂਦਾ, ਨਾਲੇ ਦੂਸਰੇ ਨੂੰ ਲੈ ਜਾਂਦਾ। ਉਸੇ ਟਾਈਮ ਸਵੇਰੇ ਸ਼ਾਮ ਸਾਡਾ ਕੰਮ ਹੁੰਦਾ ਏ। ਮਤਲਬ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਜਾ ਕੇ ਵੀ ਆਹ ਕੁਝ ਹੋ ਰਿਹਾ, ਉਹ ਚਲਾਨ ਕਰਨਾ ਉਹਨਾਂ ਨੇ ਸਟਾਰਟ ਕਰਤੇ ਆ ਇੱਕ ਵਾਰੀ, ਪਰ ਉਹ ਕਹਿੰਦੇ ਵੀ ਤੁਸੀਂ ਬੁੱਕ ਕਰਕੇ ਲੈ ਕੇ ਆਓ। ਅਸੀਂ ਬੁੱਕ ਕਰਕੇ ਲੈ ਕੇ ਗਏ, 1-2 ਦਿਨ ਕਰਾਏ ਚਲਾਨ, ਪਰ ਫਿਰ ਸਾਡੀ ਦੁਸ਼ਮਣੀਆਂ ਬਣਦੀਆਂ, ਕਿਉਂਕਿ ਜਿਹੜੇ ਡਰਾਈਵਰਾਂ ਦਾ ਅਸੀਂ ਚਲਾਨ ਕਰਾ ਰਹੇ ਹਾਂ 25-30 ਹਜ਼ਾਰ ਰੁਪਏ, ਉਹ ਕਹਿੰਦਾ ਵੀ ਤੁਸੀਂ ਮੇਰੇ ਕਿਉਂ ਚਲਾਨ ਕਰਾ ਰਹੇ ਹੋ, ਸਾਡੇ ਬੰਦਿਆਂ ਨੂੰ ਫਿਰ ਘੇਰਨਾ ਸਟਾਰਟ ਕਰਤੇ ਉਹਨਾਂ ਨੇ ਰਸਤੇ 'ਚ। ਹੁਣ ਤੁਸੀਂ ਮਤਲਬ ਲਾਸਟ ਸਵਾਲ ਹੈ ਕਿ ਕਦੋਂ ਤੁਹਾਡੀ ਇਹ ਭੁੱਖ ਹੜਤਾਲ ਚੱਲ ਰਹੀ ਹੈ ਔਰ ਭੁੱਖ ਹੜਤਾਲ ਦਾ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਇੰਪੈਕਟ ਹੋਵੇਗਾ? ਤੁਸੀਂ ਸਟਰਗਲ ਲੜਦੀ ਆ ਅੱਗੇ, ਕੀ ਇੰਪੈਕਟ ਹੈ? ਇੰਪੈਕਟ ਜਾ ਕੇ ਫਾਇਦਾ ਮਿਲੂਗਾ ਤੁਹਾਨੂੰ ਕੋਈ? ਬਿਲਕੁਲ ਬਿਲਕੁਲ ਅਸੀਂ ਤਾਂ ਦੇਖੋ ਜੀ ਇਹੀ ਉਮੀਦ ਕਰਕੇ ਬੈਠੇ ਹਾਂ, ਕਿਉਂਕਿ 90% ਡਰਾਈਵਰ ਬਿਲਕੁਲ ਸਾਡੇ ਨਾਲ ਆ, ਪੂਰੇ ਸਮਰਥਨ ਦੇ ਵਿੱਚ ਹੈਗਾ। ਠੀਕ ਹੈ ਜੀ, ਸਾਡੇ ਕੋਲ ਕੋਈ ਹੱਲ ਬਚਿਆ ਹੋਵੇ ਤਾਂ ਦੱਸੋ ਨਾ, ਕਿ ਹੁਣ ਕਹੀਏ ਕਿਹਨੂੰ ਜਾ ਕੇ, ਕਿਹਦੇ ਜਾ ਕੇ ਕਿ ਅਸੀਂ ਦਰਵਾਜ਼ਾ ਖੜਕੜਾਈਏ, ਹੈ ਨਾ, ਨਹੀਂ ਕਰ ਸਕਦੇ। ਇਸੇ ਕਰਕੇ ਅਸੀਂ ਇਹੀ ਆਪਸ਼ਨ ਜੋੜਿਆ 10 ਤੋਂ 15 ਤੱਕ। ਇੱਕ ਵੈਸੇ ਅਸੀਂ ਟਾਈਮ ਰੱਖਿਆ ਕਿ 10 ਤੋਂ 15 ਤੱਕ ਅਸੀਂ ਭੁੱਖ ਹੜਤਾਲ ਤੇ ਪ੍ਰੋਪਰ ਤਰੀਕੇ ਨਾਲ ਬੈਠਾਂਗੇ। ਅਗਰ ਪ੍ਰਸ਼ਾਸਨ ਇਹਦੇ ਵਿੱਚ ਅਗਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤਾਂ ਅਸੀਂ ਭੁੱਖ ਹੜਤਾਲ ਮਰਨੇ ਤੱਕ ਹੀ ਕਰਾਂਗੇ ਫਿਰ। ਠੀਕ ਹੈ। ਤਾਂ ਸਿੱਧੇ ਤੌਰ ਤੇ ਕਾਫੀ ਸਾਰੀਆਂ ਸਮੱਸਿਆਵਾਂ ਇਹਨਾਂ ਡਰਾਈਵਰਸ ਦੀਆਂ, ਜਿਸ ਦੇ ਵਿੱਚ ਉਹਨਾਂ ਨੇ ਮੇਨ ਤੌਰ ਤੇ ਆਖਿਆ ਕਿ ਸਾਡੀ ਸਿਕਿਉਰਿਟੀ ਬੜੀ ਲਾਜ਼ਮੀ ਆ, ਸਾਡੀ ਸਿਕਿਉਰਿਟੀ ਦਾ ਹੱਲ ਕੀਤਾ ਜਾਵੇ ਤਾਂ ਹੀ ਸਾਡਾ ਫਾਇਦਾ। ਔਰ ਦੂਜਾ ਕਹਿ ਰਹੇ ਕਿ ਜਿਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਹਾਂ ਉਹਦਾ ਕੋਈ ਦਫ਼ਤਰ ਹੀ ਨਹੀਂ, ਉੱਥੇ ਅਸੀਂ ਫਿਜ਼ੀਕਲੀ ਜਾ ਹੀ ਨਹੀਂ ਸਕਦੇ। ਤਾਂ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਗੁਹਾਰ ਲਾਉਂਦੇ ਆ ਕਿ ਤੁਸੀਂ ਇਹਦੇ ਵਿੱਚ ਇਨਵੋਲਵ ਹੋ ਕੇ ਸਾਡੀਆਂ ਮੰਗਾਂ ਮਨਵਾਓ ਤੇ ਨਾਲ ਹੀ ਸਾਡੀ ਸਿਕਿਉਰਿਟੀ ਦਾ ਵੀ ਹੱਲ ਕਰੋ। ਤੇ ਜੇਕਰ ਇਹ ਨਹੀਂ ਹੁੰਦਾ ਤਾਂ ਉਹ ਕਹਿੰਦੇ ਅਸੀਂ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਵਾਂਗੇ। ਆਪਣੇ ਸਹਿਯੋਗੀ ਪ੍ਰਭਜੋਤ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਚੰਡੀਗੜ੍ਹ।